ਦੋਸਤੋ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਗੁਰਵੇਲ ਸਿੰਘ। ਤੇ ਦੋਸਤੋ ਕਹਿੰਦੇ ਆ ਕਿ ਜ਼ਿੰਦਗੀ ਦੇ ਵਿੱਚ ਜੋ ਸਾਡਾ ਚੌਗਿਰਦਾ ਹੈ ਨਾ, ਉਹ ਬੜਾ ਹੀ ਹੁਸੀਨ ਹੁੰਦਾ ਹੈ। ਪਰ ਕਈ ਵਾਰ ਅਸੀਂ ਆਪਣੇ ਚੌਗਿਰਦੇ ਨੂੰ ਕਈ ਕਈ ਸਾਲਾਂ ਤੱਕ ਨਿਹਾਰਦੇ ਹੀ ਨਹੀਂ, ਦੇਖਦੇ ਹੀ ਨਹੀਂ ਕਿ ਸਾਡਾ ਚੌਗਿਰਦਾ ਕਿਸ ਤਰ੍ਹਾਂ ਦਾ ਹੈ। ਮੈਂ ਆਪਣੇ ਸਕੂਲ ਦੇ ਕੈਂਪਸ ਵਿੱਚ ਬੜੇ ਲੰਬੇ ਸਮੇਂ ਤੋਂ ਰਹਿ ਰਿਹਾ ਤੇ ਅੱਜ ਮੈਂ ਤੁਹਾਨੂੰ ਖੁਦ ਜਿਸ ਸੈਰ 'ਤੇ ਲੈ ਕੇ ਚੱਲਿਆ, ਬਿਲਕੁਲ ਮੇਰੇ ਸਕੂਲ ਦੇ ਨਾਲ ਦਾ ਜੰਗਲ, ਜਿਸ ਜੰਗਲ ਵਿੱਚ ਕੋਈ ਸਮਾਂ ਐਸਾ ਹੁੰਦਾ ਸੀ, ਅੱਜ ਤੋਂ 18-20 ਸਾਲ ਪਹਿਲਾਂ ਅਸੀਂ ਬਹੁਤ ਘੁੰਮਦੇ ਹੁੰਦੇ ਸਾਂ। ਪਰ ਫਿਰ ਇਹ ਹੋਇਆ ਕਿ ਹੁਣ ਉਹ ਜੋ ਜੰਗਲ ਹੈ, ਉਸ ਜੰਗਲ ਵੱਲੇ ਚੱਕਰ ਲੱਗਣਾ ਹੀ ਬੰਦ ਹੋ ਗਿਆ। ਬੰਦ ਵੀ ਅੱਜ ਤੋਂ ਨਹੀਂ ਹੋਇਆ, ਕਰੀਬ ਮੈਨੂੰ ਲੱਗਦਾ ਹੈ ਕਿ ਅੱਜ ਮੈਂ ਜੋ ਤੁਹਾਨੂੰ ਏਰੀਆ ਵਿਖਾਉਣਾ ਹੈ ਨਾ, ਉਹ ਏਰੀਆ ਕਰੀਬ ਮੈਂ ਖੁਦ ਜ਼ਿਆਦਾ ਨਹੀਂ ਤੇ 18 ਤੋਂ 20 ਸਾਲ, ਇਸ ਤੋਂ ਵੀ ਜ਼ਿਆਦਾ ਸਮਾਂ ਉਹ ਚੱਲਿਆ ਹੋਣਾ ਹੈ ਉਸ ਏਰੀਏ ਨੂੰ ਦਿਖਾਉਣ ਲਈ। ਤੇ ਸਭ ਤੋਂ ਪਹਿਲਾਂ ਤੁਸੀਂ ਪਿੱਛੇ ਦੇਖ ਰਹੇ ਹੋ ਸਾਡਾ ਸਕੂਲ, ਔਰ ਸਕੂਲ ਦਾ ਜਿਹੜਾ ਸਾਡਾ ਹੋਸਟਲ ਕੈਂਪਸ ਜਿੱਥੇ ਅਸੀਂ ਰਹਿੰਦੇ ਹਾਂ। ਤੇ ਉਸੇ ਹੀ ਕੈਂਪਸ ਦੇ ਵਿੱਚੋਂ ਅਸੀਂ ਅੱਗੇ ਦੀ ਜਿਹੜੀ ਹੈ ਯਾਤਰਾ ਸ਼ੁਰੂ ਕਰਨੀ ਹੈ, ਕਿਉਂਕਿ ਜੋ ਸੈਂਟੋਨੀਅਨਸ ਹੈ, ਜਿਹੜੇ GNFC ਸਕੂਲ ਤੋਂ ਪੜ੍ਹੇ ਹੋਏ ਨੇ, ਉਹ ਤੇ ਇਸ ਬਿਲਡਿੰਗ ਨੂੰ ਚੰਗੀ ਤਰ੍ਹਾਂ ਪਛਾਣਦੇ ਹੋਣਗੇ। ਸੀਨੀਅਰ ਡੋਮ ਸਾਡੇ ਬੱਚਿਆਂ ਦੇ ਰਹਿਣ ਦਾ ਹੋਸਟਲ, ਜਿਸ ਦੇ ਨਾਲ ਹਰ ਤਰ੍ਹਾਂ ਦੀਆਂ ਬੱਚਿਆਂ ਦੀਆਂ ਯਾਦਾਂ, ਬਚਪਨਾ ਜੁੜਿਆ ਹੋਇਆ। ਔਰ ਜੇ ਇਸ ਤੋਂ ਉੱਪਰ ਆਈਏ ਤੇ ਮੈਂ ਇਹ ਕਹਿ ਸਕਦਾ ਕਿ ਇੱਕ ਇਹ ਬਿਲਡਿੰਗ ਮੇਰੇ ਪਿੱਛੇ ਵੀ ਦਿਸ ਰਹੀ ਹੋਏਗੀ ਤੁਹਾਨੂੰ। ਇਹ ਜਿਹੜੀ ਬਿਲਡਿੰਗ ਹੈ, ਇਸ ਨੂੰ ਬੋਲਦੇ ਆ ਡਿਸਪੈਂਸਰੀ। ਡਿਸਪੈਂਸਰੀ ਦੇ ਨਾਲ ਵੀ ਜਿਹੜਾ ਖਾਸ ਲਗਾਅ ਹੁੰਦਾ ਬੱਚਿਆਂ ਦਾ, ਕਿਉਂਕਿ ਜਦੋਂ ਕਿਤੇ ਪੜ੍ਹਨ ਨੂੰ ਮਨ ਨਾ ਕਰੇ ਕਲਾਸ ਦੇ ਵਿੱਚ, ਤੇ ਉਦੋਂ ਇੱਕ ਹੀ ਚੀਜ਼ ਹੁੰਦੀ ਹੈ ਜੀ, ਮੇਰਾ ਸਿਰ ਦਰਦ ਹੁੰਦਾ ਹੈ ਤੇ ਹੁਣ ਮੈਂ ਡਿਸਪੈਂਸਰੀ ਜਾਣਾ। ਤੇ ਇਸ ਲਈ ਡਿਸਪੈਂਸਰੀ ਨੂੰ ਵੀ ਬਹੁਤ ਸਾਰੇ ਬੱਚੇ, ਕੁਛ ਤੇ ਉਹ ਜੋ ਰੀਅਲੀ ਬਿਮਾਰ ਹੁੰਦੇ ਆ ਉਹ ਵੀ ਇੱਥੇ ਆਉਂਦੇ ਆ, ਤੇ ਕੁਝ ਐਸੇ ਹੁੰਦੇ ਆ ਜਿਨ੍ਹਾਂ ਦਾ ਜਦੋਂ ਪੜ੍ਹਨ ਨੂੰ ਮਨ ਨਹੀਂ ਕਰਦਾ, ਉਦੋਂ ਉਹਨਾਂ ਦੇ ਵਾਸਤੇ ਵੀ ਜਿਹੜੀ ਆਰਾਮ ਕਰਨ ਦੀ ਜਗ੍ਹਾ ਹੈ ਉਹ ਡਿਸਪੈਂਸਰੀ ਹੁੰਦੀ ਹੈ। ਕਿ ਡਾਕਟਰ ਦੇ ਕੋਲ ਜਾਓ ਔਰ ਉਸ ਨੂੰ ਕਹੋ ਕਿ ਜੀ ਅਸੀਂ ਬਿਮਾਰ ਹਾਂ ਤੇ ਸਾਨੂੰ ਇੱਥੇ ਰੱਖ ਲਓ। ਤੇ ਆਓ ਇੱਥੋਂ ਹੁਣ ਆਪਾਂ ਅਗਲੀ ਯਾਤਰਾ ਜੋ ਕਰਨੀ ਹੈ, ਉਹ ਕਰਨੀ ਹੈ ਗੱਟੂ ਰੋਡ ਵੱਲ ਦੇ ਜੰਗਲ ਦੀ। ਹੇਠਾਂ ਜੋ ਗੱਟੂ ਰੋਡ 'ਤੇ ਝਰਨਾ ਹੈ, ਉਧਰ ਨੂੰ ਜਾਣਾ ਹੈ। ਟਾਈਮ ਡੈਫੀਨੇਟਲੀ ਬੜਾ ਥੋੜ੍ਹਾ, ਪਰ ਫਿਰ ਵੀ ਇਹ ਜੋ ਸ਼ਾਮ ਦੇ ਇਸ ਵੇਲੇ 6 ਵੱਜ ਚੁੱਕੇ ਹੈ, ਅੱਜ 4 ਜੂਨ 2021 ਨੂੰ 6 ਵਜੇ ਮੈਂ ਈਵਨਿੰਗ ਵਾਕ 'ਤੇ ਚੱਲਿਆ ਜੀ, ਅਤੇ ਜੰਗਲ ਦੀ ਵਾਕ 'ਤੇ ਆਓ ਆਪਾਂ ਨਿਕਲਦੇ ਹਾਂ। ਹੁਣ ਅਗਲੀ ਜਿਹੜੀ ਸਾਡੀ ਹੈਗੀ ਹੈ ਵੀਡੀਓ, ਉਹਦੇ ਵਿੱਚ ਮੈਂ ਆਪਣਾ ਜਿਹੜਾ ਚਿਹਰਾ ਹੈ ਉਹ ਤਾਂ ਬੈਕ 'ਤੇ ਕਰ ਲਵਾਂਗਾ, ਅਤੇ ਕੋਸ਼ਿਸ਼ ਇਹ ਹੋਏਗੀ ਕਿ ਅਗਲੇ ਸੀਨ ਤੁਹਾਨੂੰ ਦੱਸਣ, ਅਤੇ ਪਿਛਲੇ ਸੀਨ ਹੈ ਜਿਹੜੇ ਉਹ ਆਈ ਵਿਲ ਟਰਾਈ ਟੂ ਕਿ ਬੈਕ 'ਤੇ ਹੋਣ। ਚਲੋ ਦੇਖਦੇ ਹਾਂ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ, ਕਿਉਂਕਿ ਫੋਨ ਦੇ ਵਿੱਚੋਂ ਸ਼ਾਇਦ ਐਸੀ ਕੋਈ ਆਪਸ਼ਨ ਹੋਵੇ ਕਿ ਜਿੱਥੇ ਜਾ ਕੇ ਆਪਾਂ ਸੀਨ ਹੈ ਜਿਹੜਾ ਉਹ ਬਦਲ ਸਕੀਏ। ਲਓ ਜੀ, ਸਾਡੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਗੱਟੂ ਰੋਡ ਵੱਲ ਦੀ, ਅਤੇ ਹੁਣ ਅਗਲੇ ਸੀਨ ਹੈ ਜਿਹੜੇ ਉਹ ਤੁਸੀਂ ਦੇਖਦੇ ਜਾਓ। ਇਹ ਸਾਡਾ ਇਹ ਸਵਿਮਿੰਗ ਪੂਲ, ਜਿਸ ਦੇ ਵਿੱਚ ਬੱਚੇ ਗਰਮੀਆਂ ਦੇ ਦਿਨਾਂ 'ਚ ਨਹਾਉਂਦੇ ਆ, ਪਰ ਅਜੇ ਤਾਂ ਕਰੋਨਾ ਕਰਕੇ ਬਹੁਤ ਮੁਸ਼ਕਿਲ ਹੈ ਕਿ ਬੱਚਿਆਂ ਨੂੰ ਘਰੀਂ ਭੇਜਣਾ ਪਿਆ, ਨਹੀਂ ਤੇ ਇਹਨਾਂ ਦਿਨਾਂ ਦੇ ਵਿੱਚ ਇਹ ਜੋ ਸਵਿਮਿੰਗ ਪੂਲ ਹੈ ਇਸ ਸਾਈਡ, ਇਹ ਵੀ ਇੱਕ ਖਾਸ ਅਟਰੈਕਸ਼ਨ ਹੁੰਦਾ ਹੈ ਬੱਚਿਆਂ ਲਈ। ਇੱਥੋਂ ਦੇ ਨਜ਼ਾਰੇ ਵੀ ਬਹੁਤ ਸੋਹਣੇ ਆ। ਦੂਰ ਤੱਕ ਤੁਹਾਨੂੰ ਜੋ ਘਰ ਦਿਸ ਰਹੇ ਨੇ, ਦੇਹਰਾਦੂਨ ਤੱਕ ਦੇ ਨਜ਼ਾਰੇ। ਇਹ ਸਾਡਾ ਜੀ ਇੱਕ ਹੋਰ ਜਿਮਨੇਜ਼ੀਅਮ ਹੈ ਹੇਠਾਂ, ਜਿਸ ਦੇ ਵਿੱਚ ਬੱਚੇ ਖੇਡਦੇ।
ਇਹ ਜੀ ਆ ਗਿਆ ਸਾਡਾ ਡਾਊਨ, ਕਿਉਂਕਿ ਜੋ ਕਰੋਨਾ ਦੇ ਲੋਕਡਾਊਨ ਕਾਰਨ ਜੇ ਬੰਦ ਹੈ ਤੇ ਇਹ ਉੱਪਰ ਖਾਸ ਕਰਕੇ ਸਾਡੇ 12 ਫੀਸ ਦੇ ਕਮਰੇ ਹੁੰਦੇ ਆ। ਇਸ ਸਾਈਡ ਤੁਸੀਂ ਦੇਖੋਗੇ ਕਿ ਸਾਡੇ ਸਟਾਫ ਕੁਆਟਰਸ। ਹੁਣ ਇਦੋਂ ਅੱਗੇ ਦੀ ਯਾਤਰਾ। ਹੁਣ ਅਸੀਂ ਅੱਗੇ ਦੀ ਯਾਤਰਾ। ਇਸ ਵੇਲੇ ਮੈਂ ਸਕੂਲ ਦੇ ਜਿਹੜਾ ਸਾਡਾ ਹੈ ਕੈਂਪਸ, ਉਸ ਤੋਂ ਥੋੜ੍ਹਾ ਜਿਹਾ ਬਾਹਰ ਹੋ ਗਿਆ। ਹੁਣ ਅੱਗੇ ਆ ਗਿਆ ਸਾਡਾ ਪਹਾੜੀ ਜੰਗਲ, ਤੇ ਆਓ ਇਸ ਜੰਗਲ ਦੀ ਕਰਨੀ ਆ ਆਪਾਂ ਅੱਜ ਸੈਰ, ਬੜੇ ਚਿਰਾਂ ਤੋਂ ਬਾਅਦ। ਔਰ ਇਹਦੇ ਵਿੱਚ ਹੁਣ ਮੈਨੂੰ ਵੀ ਇਹ ਪਤਾ ਨਹੀਂ ਕਿ ਮੈਂ ਕਿੰਨੀ ਵਾਰ ਰਸਤਾ ਭੁੱਲਣਾ ਹੈ, ਕਿਉਂਕਿ ਪਗਡੰਡੀ ਤੇ ਬਣੀ ਹੈ, ਗਿਆ ਜ਼ਰੂਰ ਹੈ, ਪਰ ਉਦੋਂ ਜਦੋਂ ਜਵਾਨ ਹੁੰਦੇ ਸੀ। ਇਹ ਦੇਖੋ, ਇਹ ਬਿਲਕੁਲ ਸਕੂਲ ਦੇ ਗੇਟ ਤੋਂ ਮੈਂ ਬਾਹਰ ਨਿਕਲਿਆ, ਤੇ ਸ਼ਾਇਦ ਮੈਂ ਇਸ ਸਾਈਡ ਵੱਲ ਅੱਜ ਜ਼ਿਆਦਾ ਨਹੀਂ ਤੇ 18 ਕੁ ਸਾਲ ਬਾਅਦ ਨਿਕਲਿਆ ਹੋਵਾਂਗਾ, ਆਫਟਰ 18 ਈਅਰਸ। ਕਿਉਂਕਿ ਮੈਨੂੰ ਯਾਦ ਹੈ ਜਦੋਂ ਮੈਂ ਇੱਧਰ ਫਸਟ ਟਾਈਮ ਆਇਆ ਸੀ ਤਾਂ ਉਦੋਂ ਮੇਰੀ ਬੇਟੀ ਕਰੀਬ 3 ਸਾਲ ਦੀ ਸੀ, ਔਰ ਬੇਟਾ ਸੀ ਜਿਹੜਾ ਉਹ 1-1.5 ਸਾਲ ਦਾ ਹੋਏਗਾ। ਪਰ ਅੱਜ ਉਹ ਦੋਨੋਂ ਹੀ ਜਵਾਨ ਹੋ ਕੇ ਆਪਣੀਆਂ ਨੌਕਰੀਆਂ ਕਰਨ ਲੱਗ ਗਏ ਨੇ। ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਹੋ ਕੇ ਆਪਣੀਆਂ ਜੌਬਸ 'ਤੇ ਚਲੇ ਗਏ। ਚਲੋ ਆਓ ਜੀ, ਆਪਾਂ ਅੱਗੇ ਦੀ ਯਾਤਰਾ 'ਤੇ ਚੱਲੀਏ। ਵਾਓ, ਸ਼ਾਇਦ ਇਸ ਜੰਗਲ ਦੇ ਵਿੱਚ ਦੀ ਮੈਨੂੰ ਲੱਗਦਾ ਬਹੁਤ ਘੱਟ ਲੋਕ ਜਾਂਦੇ ਆ, ਕਿਉਂਕਿ ਇਹ ਇੱਕ ਖਾਲਾ ਹੈ ਜਿਹੜਾ ਮੈਂ ਲੈਣ ਲੱਗਾ। ਇਹ ਨਾ ਪਹਾੜਾਂ ਦੇ ਵਿੱਚ ਇਸ ਤਰ੍ਹਾਂ ਦੇ ਖਾਲੇ ਬਣੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਪਾਣੀ ਜਾਂਦਾ ਹੈ। ਇੱਕ ਹੋਰ ਵੀ ਚੀਜ਼ ਮੈਂ ਦੱਸ ਦੇਵਾਂ, ਇਸ ਬੂਟੀ ਨੂੰ ਦੋਸਤੋ ਚੰਗੀ ਤਰ੍ਹਾਂ ਦੇਖ ਲਿਓ ਜੀ। ਇਹ ਬੜੀ ਜ਼ਾਲਮ ਬੂਟੀ ਹੈ ਜੀ। ਇਹਨੂੰ ਜੇਕਰ ਚਲਦਿਆਂ ਚਲਦਿਆਂ ਕਿਤੇ ਹੱਥ ਲੱਗ ਗਿਆ ਤੇ ਬੜਾ ਸਾੜ ਪਾਉਂਦੀ ਹੈ, ਫਿਰ ਤੜਫਾਂਦੀ ਵਾ। ਠੀਕ ਹੈ, ਬਹੁਤ ਕੰਡੇ। ਇਹਦਾ ਨਾਂ ਹੈ ਬਿੱਛੂ ਬੂਟੀ, ਜੇ ਕਿਸੇ ਨੇ ਦੇਖੀ ਹੋਏ। ਹੈਗੀ ਇੱਧਰ ਇਹ ਬਹੁਤ ਹੈ, ਠੀਕ ਹੈ। ਔਰ ਇੱਧਰ ਦੀ ਜਾਂਦਿਆਂ ਇਸ ਬੂਟੀ ਤੋਂ ਬਚ ਕੇ ਜਾਣਾ ਪੈਣਾ, ਕਿਉਂਕਿ ਜੇ ਇਹਦੇ ਨਾਲ ਥੋੜ੍ਹਾ ਜਿਹਾ ਵੀ ਕਿਤੇ ਸਰੀਰ ਨੂੰ ਜਿੱਥੇ ਵੀ ਟੱਚ ਹੋ ਗਈ ਉੱਥੇ ਹੀ ਫਿਰ ਸਾੜ ਪੈਣਾ ਸ਼ੁਰੂ ਹੋ ਜਾਏਗਾ। ਇਸ ਲਈ ਆਪਣੀ ਪੂਰੀ ਕੋਸ਼ਿਸ਼ ਹੈ ਕਿ ਹੱਥ ਪੈਰ ਬਚਾ ਕੇ ਚੱਲਿਆ ਜਾਏ ਅਗਲੀ ਯਾਤਰਾ 'ਤੇ। ਇਹ ਪਹਿਲਾਂ ਸਾਡੇ ਕੋਲ ਸਕੂਲ 'ਚ ਗਾਈਆਂ ਹੁੰਦੀਆਂ ਸੀ ਤੇ ਉਹਨਾਂ ਗਾਵਾਂ ਨੂੰ ਇੱਥੇ ਰੱਖਿਆ ਜਾਂਦਾ ਸੀ, ਪਰ ਹੁਣ ਇਹ ਜਗ੍ਹਾ ਖਾਲੀ ਹੈ ਕਿਉਂਕਿ ਗਾਵਾਂ ਸੀ ਜਿਹੜੀਆਂ ਉਹ ਫਿਰ ਵੇਚ ਦਿੱਤੀਆਂ ਗਈਆਂ ਸੀ। ਤੇ ਹੁਣ ਦੋਸਤੋ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਤੇ ਇੱਥੋਂ ਅੱਗੇ ਦਾ ਰਾਹ ਮੈਨੂੰ ਵੀ ਲੱਗਦਾ ਹੈ ਕਿ ਲੱਭੇਗਾ ਜਾਂ ਲੱਭਣਾ ਪਵੇਗਾ। ਆਈ ਕਾਂਟ ਸੇ ਸਮਥਿੰਗ। ਹਾਂ, ਇੱਕ ਚੀਜ਼ ਮੈਂ ਕਹਿ ਸਕਦਾ ਕਿ ਇਹ ਜਿੱਥੇ ਮੈਂ ਖੜਾ ਹਾਂ ਇੱਥੋਂ ਹੇਠਾਂ ਦੀ ਡੂੰਘਾਈ ਤੁਸੀਂ ਦੇਖ ਲਓ, ਖੂਬ ਡੂੰਘਾਈ ਹੈ। ਉਹ ਜਿਹੜੀ ਅੱਗੇ ਬਿਲਡਿੰਗਸ, ਕਿਉਂਕਿ ਕੈਮਰੇ 'ਚ ਤੇ ਬਹੁਤ ਛੋਟੀ ਜਿਹੀ ਦਿਸ ਰਹੀ ਹੈ, ਉਸ ਬਿਲਡਿੰਗ ਤੱਕ ਹੇਠਾਂ ਜਾਣਾ ਕੋਈ ਆਸਾਨ ਜਿਹਾ ਕੰਮ ਨਹੀਂ ਹੈ, ਕਿਉਂਕਿ ਹੁਣ ਤੇ ਪੇਟ ਵੀ ਕਾਫੀ ਵਧਿਆ ਹੋਇਆ, ਇਸ ਕਰਕੇ ਥੱਲੇ ਨੂੰ ਜਾਣਾ ਬਹੁਤ ਔਖਾ ਹੈ। ਪਰ ਤੁਸੀਂ ਜੰਗਲ ਵੇਖੋ, ਜੰਗਲ ਮੇ ਮੰਗਲ। ਠੀਕ ਹੈ, ਹੋ ਸਕਦਾ ਹੈ ਕਿ ਇਸ ਰਸਤੇ 'ਤੇ ਚਲਦਿਆਂ ਚਲਦਿਆਂ, ਵੀਡੀਓ ਬਣਾਉਂਦਿਆਂ ਕਿਤੇ ਗਿਰਨਾ ਵੀ ਪੈ ਸਕਦਾ। ਤੇ ਕਹਿੰਦੇ ਆ ਕਿ ਗਿਰ ਕੇ ਹੀ ਤੇ ਜਵਾਨ ਹੋਈਦਾ, ਪਰ ਕੋਈ ਗੱਲ ਨਹੀਂ, ਜਦ ਤੱਕ ਚੱਲ ਰਹੇ ਆ ਠੀਕ ਹੈ, ਵਧੀਆ ਹੈ, ਫਿਰ ਵੇਖੀ ਜਾਏਗੀ ਕੀ ਹੈ। ਤੇ ਆਓ ਮੈਂ
ਅੱਗੇ ਦੀ ਸੈਰ ਆਪਾਂ ਕਰੀਏ। ਓ ਵੈਰੀ ਗੁੱਡ। ਹੁਣ ਇਹ ਜਿਹੜਾ ਰਸਤਾ ਹੈ ਨਾ ਜੀ, ਦੇਖੋ ਤੁਸੀਂ ਪੱਥਰ ਪਹਾੜਾਂ ਦੇ ਵਿੱਚ ਦਾ ਜੋ ਰਸਤਾ ਹੈ, ਜੋ ਪਹਾੜਾਂ ਤੇ ਆਏ ਨੇ ਇਹੋ ਜਿਹੀਆਂ ਪਗਡੰਡੀਆਂ ਤੇ, ਉਹਨਾਂ ਨੂੰ ਪਤਾ ਹੈ ਕਿ ਇਹ ਰਸਤਾ ਕਿੱਦਾਂ ਦਾ ਹੁੰਦਾ ਤੇ ਇਹਦੇ ਤੇ ਕਿਵੇਂ ਉਤਰਨਾ ਹੈ। ਖਾਸ ਕਰਕੇ ਹੇਮਕੁੰਟ ਸਾਹਿਬ ਨੂੰ ਜਾਣ ਵਾਲਿਆਂ ਨੂੰ ਕੁਛ ਪਤਾ ਹੈ, ਪਰ ਉਹ ਰਸਤਾ ਵੱਡਾ ਹੈ, ਸਾਫ਼ ਹੈ। ਇਹ ਜਿਹੜੇ ਰਸਤੇ ਹੈ ਇਹ ਉਨੇ ਸਾਫ਼ ਨਹੀਂ ਹੁੰਦੇ। ਇਹ ਦੇਖੋ ਚਾਰ ਚਫੇਰਾ ਵੀ ਥੋੜਾ ਥੋੜਾ ਦਿਖਾਉਂਦੇ ਚੱਲੀਏ ਜੀ ਤੁਹਾਨੂੰ। ਇੱਥੇ ਚੱਲਣਾ ਬਹੁਤ ਧੀਰੇ ਪੈਂਦਾ ਕਿਉਂਕਿ ਤੁਸੀਂ ਤੇਜ਼ ਨਹੀਂ ਤੁਰ ਸਕਦੇ। ਜੇ ਤੇਜ਼ ਤੁਰੋਗੇ ਤੇ ਗੱਲ ਨਹੀਂ ਬਣੇਗੀ, ਜਾਂ ਤੇ ਗਿਰਾਂਗੇ ਜਾਂ ਫਿਰ ਇਹ ਹੈ ਕਿ ਮੁਸ਼ਕਿਲ ਆਏਗੀ, ਕਿਉਂਕਿ ਵੀਡੀਓ ਵੀ ਤੇ ਬਣਾਉਣੀ ਹੋਈ। ਤੇ ਹੁਣ ਦੋਸਤੋ ਇਹ ਦੇਖੋ, ਜਾਂਦਿਆਂ ਤੇ ਮੈਂ ਥੋੜਾ ਦੌੜਦੇ ਜਾ ਰਹੇ ਹਾਂ, ਸਾਹ ਨਹੀਂ ਚੜਿਆ, ਤੁਹਾਡੇ ਨਾਲ ਗੱਲਾਂ ਵੀ ਕਰ ਰਹੇ ਹਾਂ, ਤੁਹਾਨੂੰ ਪਹਾੜਾਂ ਦੇ ਰਸਤੇ ਵੀ ਦਿਖਾ ਰਹੇ ਹਾਂ। ਇੱਕ ਇੱਥੇ ਰੱਬ ਦੀ ਇੰਨੀ ਕੁ ਬਖਸ਼ਿਸ਼ ਹੈ ਕਿ ਰਸਤੇ ਤਾਂ ਭਾਵੇਂ ਬੜੇ ਖਤਰਨਾਕ ਹੈ। ਇਹ ਜੰਗਲ ਦੀ ਮੈਂ ਗੱਲ ਕਰ ਰਿਹਾ, ਵੈਸੇ ਮਸੂਰੀ ਦੇ ਰਸਤੇ ਠੀਕ ਠਾਕ ਹੈ। ਇਹ ਜੋ ਮਸੂਰੀ ਆਏ ਆ ਉਹਨਾਂ ਨੂੰ ਪਤਾ ਹੀ ਹੈ ਕਿ ਰਸਤੇ ਕੰਜਸਟਡ ਹੁੰਦੇ ਆ। ਕੁਛ ਸਾਡੀਆਂ ਇੱਥੋਂ ਦੀਆਂ ਸਰਕਾਰਾਂ ਵੀ ਰਸਤਿਆਂ ਵੱਲ ਧਿਆਨ ਨਹੀਂ ਦਿੰਦੀਆਂ। ਉਹ ਇੱਕ ਅਲੱਗ ਵਿਸ਼ਾ ਹੈ ਜਿਸ 'ਤੇ ਆਪਾਂ ਕੋਈ ਗੱਲ ਅਜੇ ਨਹੀਂ ਕਰਨੀ। ਤੇ ਸੜਕਾਂ 'ਤੇ ਮਸੂਰੀ ਦੀਆਂ ਸਾਰੀਆਂ ਹੀ ਟੁੱਟੀਆਂ ਰਹਿੰਦੀਆਂ, ਪਰ ਇਹ ਰਸਤੇ ਹੈ ਜਿਹੜੇ ਇਹ ਇੱਦਾਂ ਦੇ ਹੀ ਚਾਹੀਦੇ ਆ ਜਿਸ ਤਰ੍ਹਾਂ ਦੇ ਇਹ ਹਨ ਪਹਾੜਾਂ ਦੇ। ਕਾਰਨ ਅਸੀਂ ਪੱਥਰਾਂ ਦਾ ਜੰਗਲ ਤੇ ਬੜਾ ਬਣਾ ਸਕਦੇ ਹਾਂ, ਕੋਈ ਔਖਾ ਨਹੀਂ। ਕਿਤੇ ਵੀ ਤੁਸੀਂ ਪੱਥਰਾਂ ਦਾ ਜੰਗਲ ਖੜਾ ਕਰ ਸਕਦੇ ਹੋ, ਪਰ ਇਹ ਜੋ ਚੀਜ਼ਾਂ ਨੇ ਨਾ, ਇੱਦਾਂ ਦੇ ਪਹਾੜ, ਇਸ ਤਰ੍ਹਾਂ ਦੇ ਜੰਗਲ, ਠੀਕ ਹੈ, ਇੰਨਾ ਸੋਹਣਾ ਮੌਸਮ ਮਸੂਰੀ ਦਾ ਮੌਸਮ ਹੈ। ਜੋ ਇੱਥੇ ਆਉਂਦੇ ਹੈ ਜਾਂਦੇ ਹੈ, ਇੱਥੋਂ ਦੇ ਆਸ਼ਿਕ ਹੈ, ਉਹਨਾਂ ਨੂੰ ਪਤਾ ਹੈ ਕਿ ਕਿੰਨਾ ਸੋਹਣਾ ਮੌਸਮ ਹੁੰਦਾ। ਇਹ ਚੀਜ਼ਾਂ ਅਸੀਂ ਹੱਥੀਂ ਨਹੀਂ ਬਣਾ ਸਕਦੇ, ਇਹ ਕੋਈ ਵੀ ਨਹੀਂ ਬਣਾ ਸਕਦਾ। ਹਾਂ, ਪਰਿਆਵਰਨ ਦੀ ਅਸੀਂ ਰੱਖਿਆ ਕਰ ਸਕਦੇ ਹਾਂ। ਜੇ ਅਸੀਂ ਪਰਿਆਵਰਨ ਦੀ ਰੱਖਿਆ ਕਰਾਂਗੇ ਤਾਂ ਪਰਿਆਵਰਨ ਸਾਡੀ ਰੱਖਿਆ ਕਰੇਗਾ, ਨਹੀਂ ਤਾਂ ਜਿਹੜਾ ਹੈ ਪਰਿਆਵਰਨ ਦੀ ਜੇ ਅਸੀਂ ਰੱਖਿਆ ਨਹੀਂ ਕਰਾਂਗੇ ਤੇ ਮੁਸ਼ਕਲ ਹੋਏਗੀ। ਹਾਂਜੀ भाई जी, क्या हाल चाल है? और क्या बना रहे हो आज तारीख लेके? हाँ, पशुओं के लिए चारा लेने आ रखे? चारा? अच्छा, चलो बढ़िया। मैं क्या यार अज घूम फिर के आने हैं नीचे। हाँ, बहुत बैठ के थक गए क्योंकि लॉकडाउन ने ना। हाँ ठीक है, बढ़िया। हाँ नहीं ठीक है, बढ़िया। तो ये दोस्तों चलो आगे चलते हैं, क्योंकि हम यहाँ से, हाँ जी देखदा वां, अपनी मौज है, कित्थों तक जाने। यह भी रस्ता हेठां नूं चले जांदा जां इधर वाला जांदा है? अच्छा ठीक है। तो ये देखो दोस्तों, इसमें नीचे तक का जो सीन है आपको नज़र आ रहा है, ठीक है। वो जो छोटी छोटी देख रही हैं एक्चुअली बढ़िया रोड्स हैं, बड़ी हुई, ठीक है। तो वो जो दिख रहा है उस रोड पे जाना है हमने। तो ये कोई छोटा सा रास्ता नहीं, काफ़ी बड़ा है। तो आओ चलिए।
अब ऊपर के पहाड़ भी थोड़े से देख लीजिए कि ऊपर को कैसा है। जंगल में मैं आपको लेके आया हूँ कि आज मैं आपको पूरा इस इलाके का जंगल दिखा लूँ कि ये जंगल कैसा है। ठीक है जी, सब पासे इसमें बुशेस, ठीक है, जंगली झाड़, पेड़ पौधे, और रियली आई लव इट, क्योंकि इससे बढ़िया और कहीं मेरे ख्याल में कोई स्वर्ग नहीं हो सकता। कुछ लोगों ने तो ये ऐसी जो कुंदरें हैं सिर्फ मूवीज में, फिल्मों में ही देख रखी होंगी। ठीक है, ये जो पहाड़ों के बीच बनी हुई गुफाएं हैं, पर जहाँ पे वी कैन रियली एंजॉय इट। तो आगे चलें। वेरी गुड। धीरे धीरे उतरना पड़ता है, क्योंकि ऐसे पत्थरों पे जो बंदा गिरेगा ना तो तब भी उसकी खैरियत नहीं है, ये एक ध्यान रखना। पर जे ऐसे पत्थरों से वो नीचे की खाई में गिर गया फिर तो बिल्कुल भी खैरियत नहीं है। ठीक है, फिर तो झाड़ू के साथ ही इकट्ठा करके बाल्टे में डाल के लेके जाना पड़ता है। तो इसलिए चलते समय वो आपने कई जगह पे पढ़ा होगा, सावधानी हटी दुर्घटना घटी। तो हम जब इस साइड चल रहे हैं तो कहीं भी ये नहीं होना चाहिए कि हमारी सावधानी हट जाए, क्योंकि सावधानी बहुत ज़रूरी है। तो दोस्तों, ये है, मैं फिर बता दूं कि मसूरी के जंगलों की सैर। आज मैं मसूरी के जंगल आपको दिखाने के लिए लेकर आया हूं। तो रियली जो जंगल हैं, शायद जो वीडियो में देख रहे होंगे उनको तो ऐसे लग रहा होगा कुछ नया सीन आ ही नहीं रहा, सब कुछ वैसा ही वैसा चलता जा रहा है। ठीक है, क्योंकि वीडियोग्राफी में देखना और बात होती है, रियलिटी में देखना कुछ और होता है। तो एक्चुअली ये जो है ना, मैं जो एंजॉय कर रहा हूँ, दे आर वेरी रियल सीन। ठीक है, और इनको देख के मज़ा आता है यार। मुझे तो बहुत 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 आई कांट डिस्क्राइब इन द वर्ड्स कि मुझे ये सब देख के कितना मज़ा आता है। ऊपर सूर्य भगवान इस पहाड़ी के नीचे छिप रहे हैं, क्योंकि जा रहे हैं, अस्त हो रहे हैं। ठीक है, तो इससे ये भी तो पता चलता है कि हम लोगों को वापस भी मुड़ना चाहिए, क्योंकि लगता नहीं कि सारी की सारी यात्रा ठीक तरीके से मैं आपको दिखा पाऊँगा। जितना मकसद लेके चले थे कि यहाँ तक लेके जाना है, वो शायद पूरा ना हो पाए। वाह, ये देखो ऊपर की रॉक्स, ये हैं ऊपर रॉक्स, क्योंकि मैं ऊपर नीचे दाएं बाएं आगे पीछे सब तरफ आपको ये दिखा रहा हूँ। ठीक है, यहाँ पे पत्थर ही पत्थर गिरे पड़े हैं। ठीक है, तो एक्चुअली ये जगह मुझे बहुत अच्छी लगती है। दिस इज़ माई ड्रीम प्लेस इन द मसूरी। ठीक है, देखो जंगल के बीच
ये इस साइड आके इसको किलमाने का, इस एरिया को मैं करीब पिछले 3 साल से सपना संजोई बैठा था। ठीक है, भी 3 साल से मैं यही सोच रहा था कि मैं ये सारे के सारे सीन, इस तरफ का एरिया अपने सभी दोस्तों को सोशल मीडिया पे दिखा लाँगा। बट क्या बोलूँ, एक बात ये मैं बोलता हूँ, टाइम नहीं मिल पा रहा था, तो दिस इज़ टोटली रॉन्ग। और लोग ऐसे ही बोलते हैं कि इसके लिए टाइम नहीं मिल रहा था। तो मैं कहता हूँ टाइम तो खूब था, खूब, परंतु उसको यूटिलाइज नहीं किया जा रहा था। बस कहते हैं, एक ना गालिब का शेर था कि इश्क ने निकम्मा कर दिया गालिब, वरना हम भी बंदे थे काम के। तो मैं इसको उल्टा कहता हूँ, मैं इसको ऐसे कहता हूँ, कोरोना लॉकडाउन ने निकम्मे कर दिए हम, वरना बंदे तो हम भी थे बड़े काम के। मैं फिर ये शेर आपके साथ दोहरा देता हूँ, कोरोना लॉकडाउन ने निकम्मे कर दिए हम, वरना बंदे तो हम भी थे बड़े काम के। और हम लोग बहुत एक्टिव थे, खूब सारे काम करते थे, परंतु उसके बाद गवर्नमेंट ने जब कह दिया भैया बाहर मत निकलो, घरों में दुबके रहो, घरों में दुबके रहो, तो ऐसा घर में दुबके और ऐसा बेड से चिपके कि बेड को ही छोड़ने का समय नहीं मिल पा रहा था। तो जिसका नुकसान हमारी सेहत पे भी खूब हो रहा है, और सभी की सेहत पे हो रहा होगा, हमारी आँखों पे, हमारे पेट पे, क्योंकि मेरी भी आँखों और पेट पे कमरों में पड़े रहने का नुकसान हो रहा है। तो मैंने सोचा अब ये नुकसान और मत बढ़ने दें, बाहर निकलें, घूमें फिरें, नाचें गाएं। हाँ, कहाँ पर? भीड़ भाड़ में भैया, नो 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 नो। यहाँ पे भीड़ है, रश की साइड नहीं। यहाँ पे जिस साइड मुझे सिर्फ हमारा एक एम्प्लॉय ही मिला था, और एक भी बंदा नहीं इस साइड मिलेगा, वो भी जंगल से अपने जो उनके पशु थे उनके लिए चारा लेने आया था, मवेशियों के लिए। तो यहाँ से देखिए, अब हम आ गए पेड़ों के जंगल में। वो ऊपर थोड़ा सा दिख रही होगी कैमरे के बीच, वैसे तो मुझे दिख रहे, जहाँ से हमारे स्कूल कैंपस से हम बाहर काफ़ी आ चुके हैं।